ਇੱਕ ਨਾ ਕਲਿੱਪ ਤੁਹਾਡੀ ਵੀ ਬਹੁਤ ਵਾਇਰਲ ਹੋਈ ਵੀ ਆ। ਉਹਦੇ 'ਚ ਕੋਈ ਨਸ਼ੇ ਦੇ ਲੈਣ ਦੇਣ ਦੀ ਗੱਲ ਆ ਗਈ, ਕੋਈ ਪੈਸੇ ਲੈਣ ਦੇਣ ਦੀ ਗੱਲ ਆ ਗਈ। ਮਸਲਾ ਇਹ ਹੈ ਕਿ ਉਹ ਇੱਕ ਐਡਿਟ ਕੀਤੀ ਹੋਈ ਚੀਜ਼ ਆ। ਤਾਂ ਲੱਖੋ ਕੇ ਬਹਿਰਾਮ ਜਿਹੜਾ ਹੈਗਾ ਫਿਰੋਜ਼ਪੁਰ ਜ਼ਿਲ੍ਹੇ ਦਾ ਇੱਕ ਜਿਹੜਾ ਪਿੰਡ ਆ, ਉੱਥੇ 3 ਮੈਡੀਕਲ ਸਟੋਰ ਸੀ ਜਿਨ੍ਹਾਂ ਬਾਰੇ ਇਸ ਵੀ ਉਹ ਨਸ਼ਾ ਵੇਚਦੇ ਆ। ਅਸੀਂ ਉਹਨਾਂ ਦੀ ਇੱਕ ਵੀਡੀਓ ਬਣਾਈ ਔਰ ਉਸ ਤੋਂ ਬਾਅਦ ਜਦੋਂ ਅਸੀਂ ਉਹਨਾਂ ਦਾ ਇੱਕ ਸਟਿੰਗ ਆਪਰੇਸ਼ਨ ਕੀਤਾ ਔਰ ਉਹ ਅਖਬਾਰਾਂ 'ਚ ਬਹੁਤ ਵੱਡੀ ਸਟੋਰੀ ਲੱਗੀ ਹੈਗੀ। ਔਰ ਉਸ ਤੋਂ ਬਾਅਦ ਅੱਜ ਤੱਕ ਉਹ ਮੈਡੀਕਲ ਸਟੋਰ ਖੁੱਲ੍ਹੇ ਨਹੀਂ, ਉਹਨਾਂ ਦਾ ਕਾਰੋਬਾਰ ਬੰਦ ਕਰਵਾਇਆ, ਉਹਨਾਂ ਦਾ ਧੰਦਾ ਬੰਦ ਕਰਵਾਇਆ। ਔਰ ਉਹ ਜਿਹੜੀ ਹੈਗੀ ਆ ਉਹ ਹਾਈ ਕੋਰਟ 'ਚ ਪੰਜਾਬ ਜਿਹੜੀ ਫਿਰੋਜ਼ਪੁਰ ਪੁਲਿਸ ਨੇ ਸਰ ਨੇ ਕਹਿਤਾ ਉਹ ਫੇਕ ਆ। ਇਹ ਤਾਂ ਛੱਡੋ, ਇੱਥੋਂ ਤੱਕ ਕਿ ਮੇਰੀ ਤੇ ਮੇਰੀ ਵਾਈਫ ਦੀ ਇੱਕ ਫੋਟੋ ਪਾ ਦਿੱਤੀ ਗਈ ਕਿ ਇਸ ਲੜਕੀ ਨਾਲ ਜਿਹੜਾ ਹੈਗਾ ਉਹ ਧੋਖਾ ਕਰਕੇ ਬੰਦਾ ਬਾਹਰ ਚਲਾ ਗਿਆ। ਮੇਰੀ ਵਾਈਫ ਤੇ ਮੇਰਾ ਬੇਟਾ ਤਾਂ ਇਸੇ ਅੰਦੋਲਨ 'ਚ ਹੀ ਹੈਗਾ। ਜਦੋਂ ਪੰਜਾਬ 'ਚੋਂ ਘੋਲ ਚੱਲਿਆ ਹੁੰਦਾ, ਇਹ ਰਲ ਜਾਂਦੇ ਆ ਜੀ, ਇਹ ਵਿਕ ਜਾਂਦੇ ਆ ਜੀ, ਇਹ ਗੱਲ ਨੂੰ ਸਿਰੇ ਨਹੀਂ ਲਾਉਂਦੇ ਜੀ, ਕੱਲੀ ਕੱਲੀ ਗੱਲ ਝੂਠੀ ਸਾਬਤ ਕੀਤੀ। ਫਿਰ ਕਿਹਾ ਵੀ ਕਿਸਾਨ ਆਗੂ ਤਾਂ ਜੱਟ ਬੂਟ ਆ ਜੀ, ਇਹਨਾਂ ਨੂੰ ਕਾਨੂੰਨਾਂ ਦਾ ਕੀ ਪਤਾ ਜੀ। 11 ਮੀਟਿੰਗਾਂ 'ਚ ਮੋਦੀ ਸਰਕਾਰ ਦੇ ਮੰਤਰੀ ਘਸਾ ਕੇ ਰੱਖਦੇ। ਯੂਥ ਨੂੰ ਲੈ ਕੇ ਬਹੁਤ ਗੱਲਾਂ ਹੁੰਦੀਆਂ ਕਿ ਯੂਥ ਹੈ ਜਿਹੜਾ ਇਸ ਸਮੇਂ ਧਰਨੇ 'ਚ ਹੈ ਨੀਗਾ। ਜਿਹੜੇ ਕਹਿੰਦੇ ਕਿ ਯੂਥ ਲਹਿਦਾ ਹੋ ਗਿਆ, ਅਸੀਂ ਉਹਨਾਂ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਨਿਰਭੈ ਸਿੰਘ ਢੁੱਡੀ ਕੇ ਬੱਚੇ ਪੈਦਾ ਹੋਏ ਸੀ ਕਿ ਜਮਾਂਦਰੂ ਬਜ਼ੁਰਗ ਪੈਦਾ ਹੋਏ ਸੀ? ਬਲਵੀਰ ਸਿੰਘ ਰਾਜੇਵਾਲ ਜਦੋਂ ਪੈਦਾ ਹੋਏ ਉਹ ਬਜ਼ੁਰਗ ਹੀ ਪੈਦਾ ਹੋਏ ਸੀਗੇ ਜਾਂ ਉਹ ਮਤਲਬ ਬੱਚੇ ਤੌਰ 'ਤੇ ਪੈਦਾ ਹੋਏ? ਜਾਂ ਜੋਗਿੰਦਰ ਗਰਾਹਾਂ ਜਦੋਂ ਪੈਦਾ ਹੋਏ ਉਹ ਜਮਾਂਦਰੂ ਬਜ਼ੁਰਗ ਪੈਦਾ ਹੋਏ ਔਰ ਨੌਜਵਾਨ ਹੋਏ, ਇੱਕ ਮਤਲਬ ਜ਼ਿੰਦਗੀ ਦੇ ਇੱਕ ਪੜਾਅ 'ਤੇ ਜਾ ਕੇ ਜਿਹੜੇ ਸੀਗੇ ਉਹ ਬਜ਼ੁਰਗ ਹੋਏ। ਪਹਿਲੀ ਤਾਂ ਗੱਲ ਕਿ ਐ ਨਹੀਂ ਵੀ ਉਹਨਾਂ ਨੂੰ ਜਵਾਨੀ ਸ਼ਬਦ ਦਾ ਕੋਈ ਪਤਾ ਹੀ ਨਹੀਂ, ਨੌਜਵਾਨ ਕਿੱਦਾਂ ਸੋਚਦੇ ਪਤਾ ਹੀ ਨਹੀਂ ਵੀ ਉਹ ਤਾਂ ਕਦੀ, ਕਿਉਂਕਿ ਉਹਨੇ ਚੀਜ਼ ਦਾ ਸਾਹਮਣਾ ਹੀ ਨਹੀਂ ਕੀਤਾ ਗਾ। ਐਦਾਂ ਬਣਾਇਆ ਜਾ ਰਿਹਾ ਵੀ ਉਹ ਤਾਂ ਕਦੀ ਸਾਹਮਣੇ ਨਹੀਂ ਕੀਤਾ ਇਸ ਗੱਲ ਦਾ। ਸਰਕਾਰ ਨੇ ਕਿਹਾ ਸਸਪੈਂਸ਼ਨ, ਨਹੀਂ ਮੰਨੇ। ਸਰਕਾਰ ਨੇ ਕਿਹਾ ਸੋਧਾਂ, ਨਹੀਂ ਮੰਨੇ। ਫਿਰ ਜੋ ਕੂੜ ਪ੍ਰਚਾਰ ਸੀ ਉਹ ਝੂਠਾ ਨਿਕਲਿਆ। ਹੁਣ ਸਰਕਾਰ ਤੇ ਉਹਦੇ IT ਸੈੱਲ ਜਾਂ ਉਹਨਾਂ ਦੀਆਂ ਏਜੰਸੀਆਂ ਨੇ ਇਹ ਕੰਮ ਫੜ ਲਿਆ ਕਿ ਨੌਜਵਾਨ ਵਰਸਸ ਜਿਹੜਾ ਹੈਗਾ ਉਹ ਸੰਯੁਕਤ ਕਿਸਾਨ ਮੋਰਚਾ ਬਣਾਇਆ ਜਾਵੇ। ਪਰ ਇਹ ਗੱਲ ਵੀ ਜਿਹੜੀ ਹੈਗੀ ਆ ਉਹ ਸਫਲ ਉਹ ਨਹੀਂ ਹੋਣੀ। ਤੁਸੀਂ ਜੁੜੇ ਹੋਏ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਵੀਆ। ਕਿਸਾਨੀ ਅੰਦੋਲਨ ਚੱਲ ਰਿਹਾ ਹੈ, ਲੰਬਾ ਹੋ ਗਿਆ, ਕਾਫੀ ਸਮਾਂ ਹੋ ਗਿਆ, ਬਹੁਤ ਕੁਝ ਹਾਸਲ ਕਰ ਲਿਆ, ਬਹੁਤ ਕੁਝ ਹਾਸਲ ਕਰਨਾ ਬਾਕੀ ਆ। ਸਮੇਂ-ਸਮੇਂ 'ਤੇ ਸਵਾਲ ਵੀ ਉੱਠਦੇ ਆ, ਇਹ ਅੰਦੋਲਨ ਹੀ ਹੁੰਦੇ ਆ, ਉਤਰਦੇ ਚੜ੍ਹਦੇ ਸਾਰਾ ਕੁਝ ਕਰਦੇ, ਆਖਿਰ ਜਾ ਕੇ ਹਾਸਲ ਕਰਦੇ ਆ। ਮੇਰੇ ਨਾਲ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ, ਸਾਰੇ ਤੁਸੀਂ ਜਾਣਦੇ ਹੋ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ। ਇਹਨਾਂ ਨੂੰ ਮੈਂ ਕਈ ਸਵਾਲ ਕਰਨੇ ਆ ਜਿਹੜੇ ਲੋਕਾਂ ਦੇ ਮਨ 'ਚ ਆ, ਜਿਹੜੇ ਤੁਹਾਡੇ ਮਨਾਂ ਦੇ ਵਿੱਚ ਰਹਿ ਕੇ ਆਉਂਦੇ ਆ। ਅੱਜ ਇਹਨਾਂ ਤੋਂ ਪੁੱਛਦੇ ਆ ਬਹੁਤ ਗੱਲਾਂ। ਬਈ ਪਹਿਲਾ ਸਵਾਲ ਆ, ਯੂਥ ਨੂੰ ਲੈ ਕੇ ਬਹੁਤ ਗੱਲਾਂ ਹੁੰਦੀਆਂ ਕਿ ਯੂਥ ਹੈ ਜਿਹੜਾ ਇਸ ਸਮੇਂ ਧਰਨੇ 'ਚ ਹੈ ਨੀਗਾ। ਸੰਯੁਕਤ ਕਿਸਾਨ ਮੋਰਚੇ ਦੇ ਨਾਲ ਯੂਥ ਹੈ ਨੀਗਾ, ਯੂਥ ਅਲੱਗ ਹੋ ਗਿਆ ਤੁਹਾਡੇ ਨਾਲੋਂ। ਤੁਹਾਨੂੰ ਕੀ ਲੱਗਦਾ ਹੋ ਗਿਆ? ਤੇ ਜੇ ਹੋ ਗਿਆ ਉਹਦੇ ਕੀ ਕਾਰਨ ਤੇ ਨਾਲ ਹੈਗਾ ਉਹ ਕਿਉਂ ਲੱਗਦਾ? ਦੇਖੋ ਨਵਰੀਤ, ਪਹਿਲੀ ਤਾਂ ਗੱਲ ਹੈ ਵੀ ਕੀ ਤੁਸੀਂ ਸਾਨੂੰ ਯੂਥ ਨਹੀਂ ਮੰਨਦੇ? ਅਸੀਂ ਬਜ਼ੁਰਗ ਹਾਂ। ਦੂਜੀ ਗੱਲ ਕਿ ਇਸ ਘੋਲ ਦੇ ਵਿੱਚ ਸ਼ੁਰੂ ਤੋਂ ਨਾ ਇੱਕ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਪੰਜਾਬ 'ਚੋਂ ਘੋਲ ਚੱਲਿਆ ਹੁੰਦਾ, ਇਹ ਰਲ ਜਾਂਦੇ ਆ ਜੀ, ਇਹ ਵਿਕ ਜਾਂਦੇ ਆ ਜੀ, ਇਹ ਗੱਲ ਨੂੰ ਸਿਰੇ ਨਹੀਂ ਲਾਉਂਦੇ ਜੀ, ਕੱਲੀ ਕੱਲੀ ਗੱਲ ਝੂਠੀ ਸਾਬਤ ਕੀਤੀ। ਫਿਰ ਕਿਹਾ ਵੀ ਕਿਸਾਨ ਆਗੂ ਤਾਂ ਜੱਟ ਬੂਟ ਆ ਜੀ, ਇਹਨਾਂ ਨੂੰ ਕਾਨੂੰਨਾਂ ਦਾ ਕੀ ਪਤਾ ਜੀ। 11 ਮੀਟਿੰਗਾਂ 'ਚ ਮੋਦੀ ਸਰਕਾਰ ਦੇ ਮੰਤਰੀ ਘਸਾ ਕੇ ਰੱਖਦੇ। ਪਿੰਡ 'ਚ ਤੁਹਾਡਾ ਝਗੜਾ ਹੋ ਜੇ ਕਿਸੇ ਨਾਲ, ਤੁਹਾਨੂੰ ਪੰਚਾਇਤ 'ਚ ਇਕੱਠ 'ਚ ਬੁਲਾ ਲਿਆ ਜਾਵੇ, ਤੁਸੀਂ ਝੂਠੇ ਹੋਵੋ, ਤੁਹਾਨੂੰ ਗੱਲ ਨਹੀਂ ਆਉਂਦੀ ਗੀ। ਅਗਲਾ ਕਹਿੰਦਾ ਚੱਲ ਬਈ ਚੱਲ, ਆਮੋ ਸਾਹਮਣੇ ਜਦੋਂ ਬੈਠੀਏ ਤੁਸੀਂ ਸੱਚੇ ਹੋਵੋ ਅਤੇ ਤਾਂ ਹੀ ਤੁਸੀਂ ਬਹਿ ਸਕਦੇ ਹੋ। ਜੇ ਮੋਦੀ ਸਰਕਾਰ ਕੋਲੇ ਸਾਡੀਆਂ ਦਲੀਲਾਂ ਦਾ ਜਵਾਬ ਹੁੰਦਾ ਤੇ ਕਦੋਂ ਦੀ ਗੱਲ ਨਿਬੜ ਗਈ ਹੁੰਦੀ। ਉਹਦੇ ਕੋਲ ਕੋਈ ਜਵਾਬ ਨਹੀਂ ਕਿ ਕਾਨੂੰਨ ਕਿਵੇਂ ਕਿਸਾਨ ਵਿਰੋਧੀ ਨੇ ਅਸੀਂ ਸਾਬਤ ਕੀਤਾ, ਕਿਵੇਂ ਲੋਕ ਵਿਰੋਧੀ ਨੇ ਸਾਬਤ ਕੀਤਾ। ਇਹ ਨੈਰੇਟਿਵ ਵੀ ਜਿਹੜਾ ਉਹਨਾਂ ਦਾ ਝੂਠਾ ਸਾਬਤ ਹੋਇਆ। ਫਿਰ ਕਦੇ ਉਹਨਾਂ ਨੇ ਕਾਮਰੇਡ ਵਰਸਸ ਸਿੱਖ ਬਣਾਉਣ ਦੀ ਕੋਸ਼ਿਸ਼ ਕੀਤੀ,
ਉਹ ਵੀ ਝੂਠਾ ਸਾਬਤ ਹੋਇਆ। ਉਹ ਗੱਲ ਨਹੀਂ ਬਣੀ ਬਈ ਯਾਰ ਇਹ ਤਾਂ ਸਾਰੇ ਕੋਈ ਕਿਸੇ ਵਿਚਾਰਧਾਰਾ ਦਾ ਹੋ ਸਕਦਾ, ਪਰ ਲੜਾਈ ਤਾਂ ਖੇਤੀ ਕਾਨੂੰਨਾਂ ਦੇ ਖਿਲਾਫ ਆ। ਖੇਤੀ ਕਾਨੂੰਨ ਰੱਦ ਕਰਾਉਣ ਲਈ ਇੱਕ ਮਤ ਆ, ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚਾ ਇੱਕ ਮਤ ਇਸ ਗੱਲ ਤੇ ਲੱਗੇ ਹੋਏ ਆ। ਹੁਣ ਇਹ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਵੀ ਜਿਹੜੇ ਨੌਜਵਾਨ ਆ ਉਹ ਅਲੱਗ ਚੀਜ਼ ਆ, ਜਥੇਬੰਦੀਆਂ ਅਲੱਗ ਚੀਜ਼ ਆ, ਜਾਂ ਇੱਕ ਇਹ ਬਣਾਉਣ ਦੀ ਕੋਸ਼ਿਸ਼ ਕੀਤੀ ਲੋਕ ਕੁਛ ਹੋਰ ਚੀਜ਼ ਆ, ਲੀਡਰਸ਼ਿਪ ਕੁਛ ਹੋਰ ਚੀਜ਼ ਆ। ਕਿ ਜਿਹੜੀਆਂ ਇਹ ਕਿਸਾਨ ਜਥੇਬੰਦੀਆਂ ਦੇ ਆਗੂ ਆ ਇਹ ਜਮਾਂਦਰੀ ਪ੍ਰਧਾਨ ਬਣ ਗਏ, ਇਹ ਜਮਾਂਦਰੀ ਜ਼ਿਲ੍ਹਾ ਪ੍ਰਧਾਨ ਬਣ ਗਏ, ਜਾਂ ਜ਼ਿਲ੍ਹਾ ਸੂਬਾ ਸਕੱਤਰ ਬਣ ਗਏ। ਪਹਿਲਾਂ ਇਹ ਵੀ ਮੈਂਬਰ ਰਹੇ, ਘੋਲ ਲੜੇ, ਜੇਲ੍ਹਾਂ ਕੱਟੀਆਂ, ਮਤਲਬ ਅਗਵਾਈ ਕੀਤੀ। ਲੋਕਾਂ ਦੀਆਂ ਜਥੇਬੰਦੀਆਂ ਨੇ, ਕੋਈ ਸਰਕਾਰੀ ਜਥੇਬੰਦੀਆਂ ਤਾਂ ਹੈ ਨਹੀਂ, ਉਹਨਾਂ ਨੇ ਉਸ ਤਰੀਕੇ ਨਾਲ ਲੋਕਾਂ ਨੇ ਜਿਹੜਾ ਸੀਗਾ ਪ੍ਰਮੋਟ ਕੀਤਾ। ਉਵੇਂ ਜਿਹੜੇ ਹੈਗੇ ਆ ਉਹ ਅੱਗੇ ਵਧੇ। ਜਿਹੜੇ ਬੰਦੇ ਜਿੰਨੀ ਕੁਰਬਾਨੀ ਆ ਉੱਡਾ ਹੀ ਉਹ ਜਥੇਬੰਦੀਆਂ ਦੇ ਵਿੱਚ ਜਿਹੜਾ ਹੈਗਾ ਉਹ ਆਗੂ ਹੈਗਾ। ਔਰ ਜਿੰਨੇ ਆਗੂ ਨੇ ਜਿਹੜੇ ਕਹਿੰਦੇ ਕਿ ਯੂਥ ਲਹਿਦਾ ਹੋ ਗਿਆ, ਅਸੀਂ ਉਹਨਾਂ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਨਿਰਭੈ ਸਿੰਘ ਢੁੱਡੀ ਕੇ ਬੱਚੇ ਪੈਦਾ ਹੋਏ ਸੀ ਕਿ ਜਮਾਂਦਰੂ ਬਜ਼ੁਰਗ ਪੈਦਾ ਹੋਏ ਸੀ? ਬਲਵੀਰ ਸਿੰਘ ਰਾਜੇਵਾਲ ਜਦੋਂ ਪੈਦਾ ਹੋਏ ਉਹ ਬਜ਼ੁਰਗ ਹੀ ਪੈਦਾ ਹੋਏ ਸੀਗੇ, ਜਾਂ ਉਹ ਮਤਲਬ ਬੱਚੇ ਤੌਰ 'ਤੇ ਪੈਦਾ ਹੋਏ? ਜਾਂ ਜੋਗਿੰਦਰ ਗਰਾਹਾਂ ਜਦੋਂ ਪੈਦਾ ਹੋਏ ਉਹ ਜਮਾਂਦਰੂ ਬਜ਼ੁਰਗ ਪੈਦਾ ਹੋਏ? ਸਾਰੇ ਮਤਲਬ ਪੈਦਾ ਹੋਏ ਔਰ ਨੌਜਵਾਨ ਹੋਏ, ਇੱਕ ਮਤਲਬ ਜ਼ਿੰਦਗੀ ਦੇ ਇੱਕ ਪੜਾਅ 'ਤੇ ਜਾ ਕੇ ਜਿਹੜੇ ਸੀਗੇ ਉਹ ਬਜ਼ੁਰਗ ਹੋਏ। ਪਹਿਲੀ ਤਾਂ ਗੱਲ ਕਿ ਐ ਨਹੀਂ ਵੀ ਉਹਨਾਂ ਨੂੰ ਜਵਾਨੀ ਸ਼ਬਦ ਦਾ ਕੋਈ ਪਤਾ ਹੀ ਨਹੀਂ, ਨੌਜਵਾਨ ਕਿੱਦਾਂ ਸੋਚਦੇ ਪਤਾ ਹੀ ਨਹੀਂ ਵੀ ਉਹ ਤਾਂ ਕਦੀ, ਕਿਉਂਕਿ ਉਹਨੇ ਚੀਜ਼ ਦਾ ਸਾਹਮਣਾ ਹੀ ਨਹੀਂ ਕੀਤਾ ਗਾ, ਐਦਾਂ ਬਣਾਇਆ ਜਾ ਰਿਹਾ ਵੀ ਉਹ ਤਾਂ ਕਦੀ ਸਾਹਮਣੇ ਹੀ ਨਹੀਂ ਕੀਤਾ ਇਸ ਗੱਲ ਦਾ। ਦੂਜੀ ਗੱਲ, ਮੈਂ ਤੁਹਾਨੂੰ ਕਿੰਨੇ ਜਿਹੜੇ ਨੌਜਵਾਨ ਕਿਸਾਨ ਆਗੂ ਗਿਣਾ ਸਕਦਾ। ਅਸੀਂ ਨੌਜਵਾਨ ਨਹੀਂ ਹੈ, ਭੁਪਿੰਦਰ ਲੌਂਗੋਵਾਲ ਨੌਜਵਾਨ ਨਹੀਂ ਹੈ, ਅਮਰਜੀਤ ਰੜਾ ਹੋਰੀ ਨੌਜਵਾਨ ਨਹੀਂ, ਮਨਜੀਤ ਰਾਏ ਨੌਜਵਾਨ ਨਹੀਂ, ਬ੍ਰਹਮ ਕੇ ਹੋਰੀ ਨੌਜਵਾਨ ਨਹੀਂ, ਜੰਗਵੀਰ ਹੋਰੀ ਨੌਜਵਾਨ ਨਹੀਂ, ਕਿਰਪਾ ਸਿੰਘ ਹੋਰੀ ਨੌਜਵਾਨ ਨਹੀਂ। ਇਹ ਸਾਰੇ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਨੇ। ਕੀ ਇਹ ਨੌਜਵਾਨ ਨਹੀਂ ਹੈਗੇ ਗੇ? ਮਤਲਬ ਤੁਸੀਂ ਕਿਹੜੇ ਨੌਜਵਾਨ ਦੀ ਗੱਲ ਕਰ ਰਹੇ ਹੋ? ਸਾਡੇ ਜਿਹੜੇ ਹੈਗੇ ਨੇ ਉਹ ਯੂਥ ਵਿੰਗ ਨੇ। ਹੁਣ ਜਿਹੜੇ ਇੱਥੇ ਸੈਂਕੜੇ ਵਲੰਟੀਅਰ ਦਿਨ ਰਾਤ ਡਿਊਟੀ ਦੇ ਰਹੇ ਆ ਉਹ ਨੌਜਵਾਨ ਨਹੀਂ ਗੇ? ਉਹ ਵੀ ਜਿਹੜੇ ਨੌਜਵਾਨ ਨੇ। ਗੱਲ ਇਹ ਹੈਗੀ ਆ ਕਿ ਜਿਹੜਾ ਇਹ ਇੱਕ ਲਗਾਤਾਰ ਨੈਰੇਟਿਵ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੰਯੁਕਤ ਕਿਸਾਨ ਮੋਰਚੇ ਦੇ ਖਿਲਾਫ, ਮਤਲਬ ਕਿ ਤਾਂ ਕਿ ਕਿਸੇ ਤਰੀਕੇ ਨਾਲ ਲੀਡਰਸ਼ਿਪ ਨੂੰ, ਕਿਉਂਕਿ ਉਹਨਾਂ ਦੀਆਂ ਸਾਰੀਆਂ ਗੱਲਾਂ ਜਦੋਂ ਸਫਲ ਨਹੀਂ ਹੋਈਆਂ, ਸਰਕਾਰ ਨੇ ਕਿਹਾ ਸਸਪੈਂਸ਼ਨ ਨਹੀਂ ਮੰਨੇ, ਸਰਕਾਰ ਨੇ ਕਿਹਾ ਸੋਧਾਂ ਨਹੀਂ ਮੰਨੇ, ਫਿਰ ਜੋ ਕੂੜ ਪ੍ਰਚਾਰ ਸੀ ਉਹ ਝੂਠਾ ਨਿਕਲਿਆ। ਹੁਣ ਸਰਕਾਰ ਤੇ ਉਹਦੇ IT ਸੈੱਲ ਜਾਂ ਉਹਨਾਂ ਦੀਆਂ ਏਜੰਸੀਆਂ ਨੇ ਇਹ ਕੰਮ ਫੜ ਲਿਆ ਕਿ ਨੌਜਵਾਨ ਵਰਸਸ ਜਿਹੜਾ ਹੈਗਾ ਉਹ ਸੰਯੁਕਤ ਕਿਸਾਨ ਮੋਰਚਾ ਬਣਾਇਆ ਜਾਵੇ। ਪਰ ਇਹ ਗੱਲ ਵੀ ਜਿਹੜੀ ਹੈਗੀ ਆ ਉਹ ਸਫਲ ਉਹ ਨਹੀਂ ਹੋਣੀਗੀ। ਦੂਜੀ ਗੱਲ ਕਿ ਆਪਣੀ ਸਮਝ ਤੇ ਸੂਝ ਦੇ ਮੁਤਾਬਕ ਲੋਕ ਜਿਹੜੇ ਆ ਫੈਸਲੇ ਲੈਂਦੇ ਹੈਗੇ ਆ। ਸਮਾਜ ਨੂੰ ਸਮਝ ਤੇ ਸੂਝ ਦੀ ਜ਼ਰੂਰਤ ਹੁੰਦੀ ਹੈ ਜਿਹੜਾ ਉਹਨੂੰ ਅੱਗੇ ਲੈ ਕੇ ਜਾ ਸਕੇ। ਉਹਦੇ 'ਚ ਹਮੇਸ਼ਾ ਏਜ ਫੈਕਟਰ ਨਹੀਂ ਹੁੰਦਾ। ਜਿਵੇਂ ਕਿਸੇ ਨੇ ਲਿਖਿਆ ਸੀ ਕਿ ਕੋਈ 80 ਸਾਲ ਦਾ ਵੀ ਬਾਬਾ ਦੀਪ ਸਿੰਘ ਹੋ ਸਕਦਾ ਤੇ ਕੋਈ 25 ਸਾਲ ਦਾ ਵੀ ਬੁੱਧ ਹੋ ਸਕਦਾ। ਗੁਰੂ ਅਮਰਦਾਸ ਜਦੋਂ ਗੁਰਗੱਦੀ ਤੇ ਬੈਠੇ ਆ ਉਹ ਬੜੀ ਬਿਰਧ ਅਵਸਥਾ ਸੀਗੇ। ਮੈਂ ਕਹਿੰਦਾ ਯੂਰਪ ਵੀ ਉਹਨਾਂ ਫੈਸਲਿਆਂ 'ਤੇ ਉਦੋਂ ਨਹੀਂ ਪਹੁੰਚਿਆ ਹੋਣਾ ਗਾ ਜਿਹੜੇ ਫੈਸਲੇ ਉਹਨਾਂ ਨੇ ਉਦੋਂ ਦਿੱਤੇ। ਉਹਨਾਂ ਨੇ ਕਿਹਾ ਕਿ ਬਾਲ ਵਿਆਹ ਨਹੀਂ ਹੋਊਗਾ, ਵਿਧਵਾ ਵਿਆਹ ਹੋਊਗਾ। ਵਿਧਵਾ ਵਿਆਹ ਦਾ ਮਤਲਬ ਕਿ ਔਰਤ ਸਤੀ ਨਹੀਂ ਹੋਊਗੀ। ਸਤੀ ਪ੍ਰਥਾ ਦੇ ਖਿਲਾਫ ਅੰਗਰੇਜ਼ਾਂ ਦੇ ਸਮੇਂ ਕਾਨੂੰਨ ਆਉਂਦਾ। ਔਰਤ ਪਰਦੇ 'ਚ ਨਹੀਂ ਰਹੂਗੀ। ਅੱਜ ਵੀ ਬਹੁਤ ਸਾਰੇ ਦੇਸ਼ ਦੇ ਖਿੱਤਿਆਂ 'ਚ ਔਰਤ ਜਿਹੜੀ ਪਰਦੇ 'ਚ ਰਹਿੰਦੀ ਹੈ। 500 ਸਾਲ ਪਹਿਲਾਂ ਇੱਕ ਏਡੀ ਇਨਕਲਾਬੀ ਗੱਲ, ਸਮਾਜ ਨੂੰ ਅੱਗੇ ਲਿਜਾਣ ਵਾਲੀ ਗੱਲ ਕੀ ਅਸੀਂ ਉਹਨਾਂ ਦੀ ਉਮਰ ਵੇਖਾਂਗੇ? ਨਹੀਂ। ਸ਼ਹੀਦ ਆਜ਼ਮ ਭਗਤ ਸਿੰਘ ਦੀ ਗੱਲ ਕਰ ਲਈਏ। ਭਗਤ ਸਿੰਘ 23 ਸਾਲ ਦੀ ਉਮਰ ਦੇ ਵਿੱਚ ਉਹ ਇਸ ਦੇਸ਼ ਦੇ ਵਿੱਚ ਕਿਸ ਤਰ੍ਹਾਂ ਦਾ ਰਾਜ ਪ੍ਰਬੰਧ ਹੋਵੇ ਜਿਹਦੇ 'ਚ ਮਨੁੱਖ ਹੱਥੋਂ ਮਨੁੱਖ ਦੀ ਤੇ ਕੌਮ ਹੱਥੋਂ ਕੌਮ ਦੀ ਲੁੱਟ ਖਤਮ ਹੋਵੇ, ਉਹਦਾ ਇੱਕ ਖਾਕਾ ਸਿਰਜਦਾ। ਮੈਂ ਪਹਿਲਾਂ ਗੁਰੂ ਸਾਹਿਬ ਦੀ ਗੱਲ ਕੀਤੀ। ਉਹਨਾਂ ਦੇ ਫੈਸਲੇ ਕਿਸੇ ਵੀ ਤਰੀਕੇ ਨਾਲ ਨਹੀਂ ਤੁਸੀਂ ਕਹਿ ਸਕਦੇਗੇ ਕਿ ਯੂਰਪੀਅਨ ਸੋਸਾਇਟੀ ਮੈਂ ਜਿਵੇਂ ਕਹਾਂ ਵੀ ਉੱਥੇ ਨਹੀਂ ਉਦੋਂ ਪਹੁੰਚੀ ਜਿੱਥੋਂ ਤੱਕ ਉਹ ਪਹੁੰਚੇ। ਔਰ ਇਹਨੇ ਕਮਾਲ ਦੇ ਔਰ ਸਮਾਜ ਨੂੰ ਅੱਗੇ ਲਿਜਾਣ ਵਾਲੇ ਜਿਹੜੇ ਸੀਗੇ ਫੈਸਲੇ ਕੀਤੇ, ਜਿਹੜੇ ਅੱਜ ਤੱਕ ਜਿਹੜੀਆਂ ਬਹੁਤ ਸਾਰੀਆਂ ਜਿਹੜੀਆਂ ਔਰਤਾਂ ਦੀਆਂ ਉਹਨਾਂ 'ਚੋਂ ਮੰਗਾਂ ਰਹੀਆਂ ਨੇ। ਹੁਣ ਭਗਤ ਸਿੰਘ ਆਪਣੀ ਫਾਂਸੀ ਤੋਂ 1.25 ਮਹੀਨਾ ਪਹਿਲਾਂ ਇਨਕਲਾਬੀ ਪ੍ਰੋਗਰਾਮ ਦਾ ਖਰੜਾ ਲਿਖਤਾ ਜਿਹਦੇ 'ਚ ਉਹ ਹਿੰਦੁਸਤਾਨ 'ਚ ਕਿੱਦਾਂ ਤਬਦੀਲੀ ਆਉਣੀ ਆ ਉਹਦੀ ਤਸਵੀਰ ਖਿੱਚਦੇ ਆ।
ਉਹ 23 ਸਾਲ ਦੀ ਉਮਰ ਦੇ ਵਿੱਚ ਹੀ ਇੱਕ ਜਿਵੇਂ ਇੱਕ ਮੰਝਿਆ ਸਿਆਸਤਦਾਨ ਹੁੰਦਾ, ਇੱਕ ਮੰਝਿਆ ਰੈਵੋਲੂਸ਼ਨਰੀ ਹੁੰਦਾ ਜਿਹੜਾ ਕਿ ਆਪਣੀ ਜ਼ਿੰਦਗੀ ਦੇ 40-50 ਸਾਲ ਦੇ ਤਜਰਬੇ 'ਚੋਂ ਚੀਜ਼ਾਂ ਸਿੱਖਦਾ, ਉਹਨੇ ਇੰਨੀ ਛੋਟੀ ਉਮਰ 'ਚੋਂ ਜਿਹੜੀਆਂ ਸੀਗੀਆਂ ਉਹ ਸਿੱਖੀਆਂ। ਤੋਂ ਗੱਲ ਹੈਗੀ ਆ ਕਿ ਤੁਹਾਡੀ ਉਮਰ ਨਹੀਂ ਮੈਟਰ ਕਰਦੀ, ਤੁਹਾਡੇ ਫੈਸਲੇ ਮੈਟਰ ਕਰਦੇ ਆ ਕਿ ਉਹ ਸਮਾਜ ਨੂੰ ਕਿਸ ਪਾਸੇ ਜਿਹੜੇ ਹੈਗੇ ਆ ਉਹ ਲੈ ਕੇ ਜਾ ਰਹੇ ਹੈਗੇ ਆ। ਯੂਥ ਸਾਡੀਆਂ ਕਿਸਾਨ ਜਥੇਬੰਦੀਆਂ ਦਾ ਅਨਿੱਖੜਵਾਂ ਹਿੱਸਾ ਹੈਗਾ ਔਰ ਯੂਥ ਕਿਸੇ ਵੀ ਲਹਿਰ ਦੀ ਜਿਹੜੀ ਹੈਗੀ ਆ ਉਹ ਰੀੜ੍ਹ ਦੀ ਹੱਡੀ ਹੁੰਦਾ ਹੈਗਾ। ਯੂਥ ਬਾਈ ਜਿਵੇਂ ਗ੍ਰਿਫਤਾਰੀਆਂ ਹੋਈਆਂ 26 ਚ ਚਾਹੇ ਚਲੋ ਠੀਕ ਹੈ, ਕਿਸਾਨ ਸੰਯੁਕਤ ਮੋਰਚਾ ਇਹ ਕਹਿ ਸਕਦਾ ਵੀ ਤੁਸੀਂ ਉਹਨਾਂ ਨਾਲ ਸਹਿਮਤ ਨਹੀਂ ਹਨਾ, ਉਹਨਾਂ ਦਾ ਪਲਾਨ ਅਲੱਗ ਸੀ, ਪਰ ਉਨੀ ਤੁਹਾਨੂੰ ਲੱਗਦਾ ਤੇਜ਼ੀ ਹੈਗੀ ਆ ਉਹਨਾਂ ਦੀਆਂ ਜ਼ਮਾਨਤਾਂ ਦੇ ਵਿੱਚ ਜਾਂ ਉਹਨਾਂ ਦੀ ਪੈਰਵੀ ਕਰਨ ਚ ਕੇਸਾਂ 'ਚ? ਨਵਰੀਤ ਬਿਲਕੁਲ, ਤੁਸੀਂ ਇਹ ਦੇਖੋ ਕਿ 50 ਤੋਂ ਉੱਪਰ ਲੋਕਾਂ ਦੀਆਂ ਜ਼ਮਾਨਤਾਂ ਹੋ ਗਈਆਂ, 9 ਲੋਕ ਅੱਜ ਜਿਹੜੇ ਹੈਗੇ ਆ ਉਹ ਬਾਹਰ ਆ ਰਹੇ ਆ। ਅਸੀਂ ਲੀਗਲ ਸੈੱਲ ਬਣਾਇਆ ਸੰਯੁਕਤ ਕਿਸਾਨ ਮੋਰਚੇ ਵੱਲੋਂ ਔਰ ਜਿੰਨੇ ਕਿਸਾਨ ਸਾਡੇ ਅੰਦਰ ਨੇ ਸਾਰਿਆਂ ਦੇ ਕੇਸਾਂ ਦੀ ਪੈਰਵਾਈ ਕਰ ਰਹੇ ਹੈਗੇ ਆ। ਜਿਹੜੇ ਬੰਦਿਆਂ ਨੇ ਦਾਅਵਾ ਕੀਤਾ ਉਹ ਐਕਸ਼ਨ ਨਾਲ ਸਹਿਮਤ ਸੀਗੇ ਉਹ ਤਾਂ ਮੁੜ ਕੇ ਲੱਭੇ ਨਹੀਂ ਹੈ। ਜਿਨ੍ਹਾਂ ਤੇ ਖੁਦ ਪਰਚੇ ਆ, ਸਾਡੇ ਤੇ ਖੁਦ ਪਰਚੇ ਆ, ਅਸੀਂ ਦਿੱਲੀ ਜਾਂਦੇ ਰਹੇ ਹੈਗੇ ਆ, ਹੁਣ ਵੀ ਜਾਂਦੇ ਆ ਲਗਾਤਾਰ ਉਹਨਾਂ ਕੇਸਾਂ ਦੀ ਪੈਰਵਾਈ ਕਰਨ ਵਾਸਤੇ, ਵਕੀਲਾਂ ਨੂੰ ਮਿਲਣ ਵਾਸਤੇ, ਜੋ ਕੁਝ ਕਰਨ ਦੀ ਜਿਹੜੀ ਹੈਗੀ ਆ ਉਹ ਜ਼ਰੂਰਤ ਆ, ਉਹ ਅਸੀਂ ਲਗਾਤਾਰ ਜਿਹੜੀ ਆ ਉਹ ਕਰ ਰਹੇ ਹੈਗੇ ਆ। ਦੂਸਰੀ ਗੱਲ ਹੈ ਕਿ ਇੱਕ ਇਹ ਵੀ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਵੀ ਜਿਵੇਂ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਲੀਡਰਸ਼ਿਪ ਆ ਜਿਵੇਂ ਕੋਈ ਸਰਕਾਰ ਹੋਵੇ, ਵੀ ਸਾਰਾ ਕੁਝ ਸਰਕਾਰ ਦੇ ਹੱਥ ਵਸ, ਸਰਕਾਰ ਨੇ ਤਾਂ ਹੁਕਮ ਕਰਨਾ ਹੁੰਦਾ, ਚਲੋ ਵੀ ਛੱਡ ਦਿਓ ਜੀ, ਬੰਦਿਆਂ ਨੂੰ ਛੱਡ ਦਿੱਤਾ ਜਾਊਗਾ। ਇਹ 10 ਮਹੀਨੇ ਪਹਿਲਾਂ ਦੀ ਗੱਲ ਹੀ ਆ, ਕੋਈ ਪੁਰਾਣੀ ਗੱਲ ਨਹੀਂ ਹੈ। ਜਿਹੜੀਆਂ 2020 ਵਾਲੀਆਂ ਸਰਦੀਆਂ ਲੰਘ ਕੇ ਗਈਆਂ ਨੇ, ਫਰੀਦਕੋਟ ਇੱਕ ਸੰਘਰਸ਼ ਦੌਰਾਨ ਮੈਂ ਜੇਲ੍ਹ 'ਚ ਗਿਆ, ਝੂਠੇ ਪਰਚੇ ਦੌਰਾਨ ਜਿਹੜਾ ਸੀਗਾ ਮੈਂ ਉਹ ਜੇਲ੍ਹ ਗਏ ਹੈਗੇ ਆ, ਜੇਲ੍ਹ 'ਚ ਹਮਲਾ ਵੀ ਹੋਇਆ, ਠੀਕ ਆ, ਔਰ ਹਮਲਾ ਹੋਇਆ ਜਦੋਂ 6 ਘੰਟਿਆਂ ਬਾਅਦ ਮੈਨੂੰ ਹੌਸਪੀਟਲ ਲਿਆਂਦਾ ਜਾਂਦਾ, ਹੌਸਪੀਟਲ 'ਚ ਮੇਰਾ ਇਲਾਜ ਤੱਕ ਨਹੀਂ ਹੋਣ ਦਿੱਤਾ ਜਾਂਦਾ, ਮੈਨੂੰ ਮੁਕਤਸਰ ਜੇਲ੍ਹ ਭੇਜ ਦਿੱਤਾ ਜਾਂਦਾ ਹੈਗਾ। ਅਸੀਂ ਤਾਂ ਉਹੀ ਬੰਦੇ ਹਾਂ, ਅਸੀਂ ਕੋਈ ਇੱਥੇ ਇਹ ਤਾਂ ਨਹੀਂ ਵੀ ਸੰਘਰਸ਼ ਦੀ ਅਗਵਾਈ ਕਰਨ ਲੱਗੇ ਹੋਏ ਆ, ਅਸੀਂ ਕੋਈ ਬਹੁਤ ਖੁਦਾ ਬਣ ਗਏ ਅੱਜ ਵੀ ਸਾਡੇ ਸਾਰਾ ਕੁਝ ਹੱਥ ਵਸਾ, ਉਹੀ ਪਰਚੇ ਸਾਡੇ ਤੇ ਨੇ, ਉਹ ਸਾਰੇ ਕੁਝ ਮਤਲਬ ਜਿਹੜਾ ਇੱਕ ਇੱਦਾਂ ਕੋਸ਼ਿਸ਼ ਕੀਤੀ ਜਾ ਰਹੀ ਹੈ ਲਗਾਤਾਰ ਵੀ ਹੁਣ ਜਿਵੇਂ ਇੱਕ ਦਿਨ ਕਿਸੇ ਨੇ ਸੋਸ਼ਲ ਮੀਡੀਆ 'ਤੇ ਮਜ਼ਾਕ 'ਚ ਲਿਖਿਆ ਸੀਗਾ ਕਿ ਸੰਯੁਕਤ ਕਿਸਾਨ ਮੋਰਚੇ ਨੂੰ ਜਿਹੜਾ ਭੁਚਾਲ ਆਇਆ ਉਹਦੀ ਜ਼ਿੰਮੇਵਾਰੀ ਵੀ ਲੈ ਲੈਣੀ ਚਾਹੀਦੀ ਹੈਗੀ ਹੈ। ਦੁਨੀਆ ਦੀ ਹਰ ਸਮੱਸਿਆ, ਦੇਸ਼ ਦੀ ਹਰ ਸਮੱਸਿਆ ਵਾਸਤੇ ਸੰਯੁਕਤ ਕਿਸਾਨ ਮੋਰਚਾ ਥੋੜ੍ਹੀ ਜ਼ਿੰਮੇਵਾਰ ਹੈਗਾ। ਅਸੀਂ ਤਨਦੇਹੀ ਦੇ ਨਾਲ ਉਹਨਾਂ ਕੇਸਾਂ ਦੀ ਪੈਰਵਾਈ ਕਰਨ ਜਿਹੜੇ ਹੈਗੇ ਲੱਗੇ ਹੋਏ ਆ, ਭਾਵੇਂ ਉਹ ਟਰੈਕਟਰਾਂ ਦੇ ਨੋਟਸ ਗਏ ਹੈਗੇ ਆ, ਹਰ ਪੱਖ ਤੋਂ ਜਿਹੜੀ ਹੈਗੀ ਆ ਪੈਰਵਾਈ ਜਿਹੜੀ ਉਹ ਕਰ ਰਹੇ ਆ, ਉਹ ਕਰਾਂਗੇ। ਪਰ ਇਹ ਸਾਰੇ ਲੋਕਾਂ ਨੂੰ ਬੇਨਤੀ ਆ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਫੋਰਸਿਸ ਲਗਾਤਾਰ ਇਹ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਕਿ ਇਹਨੇ ਆਹ ਨਹੀਂ ਕੀਤਾ, ਆਹ ਨਹੀਂ ਕੀਤਾ, ਆਹ ਨਹੀਂ ਕੀਤਾ, ਅਸੀਂ ਇਕੱਠੇ ਹੋਏ ਆ 3 ਖੇਤੀ ਕਾਨੂੰਨ ਰੱਦ ਕਰਵਾਉਣ ਵਾਸਤੇ, ਔਰ ਰੱਦ ਕਰਾਉਣ ਦੇ ਲਈ ਅਸੀਂ ਸਭ ਕੁਝ ਜਿਹੜਾ ਹੈਗਾ ਕਰ ਰਹੇ ਆ। ਹਰ ਤਰ੍ਹਾਂ ਦੀ ਲੜਾਈ ਜਿਹੜੀ ਹੈਗੀ ਆ ਲੜੀ ਜਾ ਰਹੀ ਆ, ਪਰ ਜਿਹੜੀਆਂ ਇਸ ਤਰ੍ਹਾਂ ਦਾ ਕੁਝ ਲਗਾਤਾਰ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈਗਾ ਉਹਦੇ ਤੋਂ ਸਾਡੇ ਲੋਕਾਂ ਨੂੰ ਜ਼ਰੂਰ ਜਿਹੜਾ ਹੈਗਾ ਉਹ ਚੇਤਨ ਹੋਣ ਦੀ ਜ਼ਰੂਰਤ ਆ। ਅੱਛਾ, ਇੱਕ ਮੈਂ ਦੁਬਾਰਾ ਅੰਦੋਲਨ ਵਾਲੇ ਸਵਾਲ ਤੇ ਵੀ ਆਊਂਗਾ, ਪਰ ਇੱਕ ਨਾ ਕਲਿੱਪ ਤੁਹਾਡੀ ਵੀ ਬਹੁਤ ਵਾਇਰਲ ਹੋਈ ਵੀ ਆ, ਉਹਦੇ 'ਚ ਕੋਈ ਨਸ਼ੇ ਦੇ ਲੈਣ ਦੇਣ ਦੀ ਗੱਲ ਆ ਗਈ, ਕੋਈ ਪੈਸੇ ਲੈਣ ਦੇਣ ਦੀ ਗੱਲ ਆ ਗਈ, ਕੋਈ ਹੈ ਮਤਲਬ ਤੁਹਾਨੂੰ ਲੱਗਦਾ ਵੀ ਉਹਨੂੰ ਲੈ ਕੇ ਤੁਹਾਡੇ ਕੋਲ ਕੋਈ ਸਫਾਈ ਹੈ, ਉਹ ਕਲਿੱਪ ਨੂੰ ਲੈ ਕੇ ਤੁਹਾਡੀ ਆ ਜਾਂ ਤੁਹਾਡੀ ਨਹੀਂ ਵੀ ਹੈ, ਕੀ ਆ ਉਹ ਮਸਲਾ ਕੀ ਹੈ? ਵੈਸੇ ਉਹ ਮਸਲਾ ਇਹ ਹੈ ਕਿ ਉਹ ਇੱਕ ਐਡਿਟ ਕੀਤੀ ਹੋਈ ਚੀਜ਼ ਆ। ਉਹਦੇ 'ਚ ਕੀ ਸੀਗਾ ਕਿ ਜਦੋਂ ਪੰਜਾਬ ਦੇ ਵਿੱਚ 3-4 ਸਾਲ ਪਹਿਲਾਂ ਮੇਰੇ ਖਿਆਲ 'ਚ ਜਦੋਂ ਚਿੱਟੇ ਖਿਲਾਫ ਕਾਲਾ ਹਫ਼ਤਾ ਮਨਾਇਆ ਗਿਆ ਤਾਂ ਲੱਖੋ ਕੇ ਬਹਿਰਾਮ ਜਿਹੜਾ ਹੈਗਾ ਫਿਰੋਜ਼ਪੁਰ ਜ਼ਿਲ੍ਹੇ ਦਾ ਇੱਕ ਜਿਹੜਾ ਪਿੰਡ ਆ, ਉੱਥੇ 3 ਮੈਡੀਕਲ ਸਟੋਰ ਸੀ ਜਿਨ੍ਹਾਂ ਬਾਰੇ ਇਹ ਸੀ ਵੀ ਉਹ ਨਸ਼ਾ ਵੇਚਦੇ ਆ। ਅਸੀਂ ਉਹਨਾਂ ਦੀ ਇੱਕ ਵੀਡੀਓ ਬਣਾਈ ਔਰ ਉਸ ਤੋਂ ਬਾਅਦ ਜਦੋਂ ਅਸੀਂ ਉਹਨਾਂ ਦਾ ਇੱਕ ਸਟਿੰਗ ਆਪਰੇਸ਼ਨ ਕੀਤਾ ਔਰ ਉਹ ਅਖਬਾਰਾਂ 'ਚ ਬਹੁਤ ਵੱਡੀ ਸਟੋਰੀ ਲੱਗੀ ਹੈਗੀ ਹੈ, ਔਰ ਉਸ ਤੋਂ ਬਾਅਦ ਅੱਜ ਤੱਕ ਉਹ ਮੈਡੀਕਲ ਸਟੋਰ ਖੁੱਲ੍ਹੇ ਨਹੀਂ, ਉਹਨਾਂ ਦਾ ਕਾਰੋਬਾਰ ਬੰਦ ਕਰਵਾਇਆ, ਉਹਨਾਂ ਦਾ ਧੰਦਾ ਬੰਦ ਕਰਵਾਇਆ। ਔਰ ਉਹ ਜਿਹੜੀ ਹੈਗੀ ਆ ਉਹ ਹਾਈ ਕੋਰਟ 'ਚ ਪੰਜਾਬ ਜਿਹੜੀ ਫਿਰੋਜ਼ਪੁਰ ਪੁਲਿਸ ਨੇ ਸਰ ਨੇ ਉਹ ਕਹਿਤਾ ਉਹ ਫੇਕ ਆ, ਉਹ ਤਾਂ ਸਾਬਤ ਹੀ ਨਹੀਂ ਹੋਏਗੀ। ਤੋ ਜਿਹੜੇ ਬੰਦੇ ਇਹ ਦੋਸ਼ ਲਾ ਰਹੇ ਹੈਗੇ ਆ ਕਿ ਜੇ ਕੋਈ ਬੰਦਾ ਕੋਈ ਨਸ਼ਾ ਵਿਕਾਉਂਦਾ ਹੈਗਾ ਤੇ ਜਿਹੜੇ ਬੰਦੇ ਨੇ ਨਸ਼ਾ ਵੇਚਣਾ ਹੈਗਾ ਉਹ ਉਹਨੂੰ ਪੈਸੇ ਕਿਸ ਗੱਲ ਹੀ ਦੇਊਗਾ ਕਿ ਮੈਂ ਨਸ਼ਾ ਵੇਚਦਾ ਰਹਾਂ, ਜਾਂ ਇਸ ਗੱਲ ਹੀ ਦੇਊਗਾ ਕਿ ਮੇਰਾ ਧੰਦਾ ਬੰਦ ਹੋ ਜੇ। ਉਸ ਤੋਂ ਬਾਅਦ ਤਾਂ ਉਹਨਾਂ ਦੇ ਮੈਡੀਕਲ ਸਟੋਰ ਹੀ ਬੰਦ ਹੋ ਗਏ, ਧੰਦਾ ਬੰਦ ਹੋ ਗਿਆ। ਤੋ ਇਸ ਤਰ੍ਹਾਂ ਦੀਆਂ ਜਿਹੜੀਆਂ ਬੇਬੁਨਿਆਦ ਗੱਲਾਂ ਨੇ ਲਗਾਤਾਰ, ਇਹ ਤਾਂ ਛੱਡੋ ਇੱਥੋਂ ਤੱਕ ਕਿ ਮੇਰੀ ਤੇ ਮੇਰੀ ਵਾਈਫ ਦੀ ਇੱਕ ਫੋਟੋ ਪਾ ਦਿੱਤੀ ਗਈ ਕਿ ਇਸ ਲੜਕੀ ਨਾਲ ਜਿਹੜਾ ਹੈਗਾ ਉਹ ਧੋਖਾ ਕਰਕੇ ਬੰਦਾ ਬਾਹਰ ਚਲਾ ਗਿਆ। ਮੇਰੀ ਵਾਈਫ ਤੇ ਮੇਰਾ ਬੇਟਾ ਤਾਂ ਇਸੇ ਅੰਦੋਲਨ 'ਚ ਹੀ ਹੈਗਾ,
ਸਾਰਾ ਪਰਿਵਾਰ ਜਿਹੜਾ ਹੈਗਾ ਉਹ ਇਕੱਠਾ ਹੈਗਾ। ਫਿਰ ਕਿਸੇ ਨੇ ਪਤਾ ਕਿ ਵੀ ਉਹ ਲੱਖ ਰੁਪਈਆ ਫਲਾਣੇ ਨੂੰ ਫੜਿਆ ਜਾਵੇ ਤੇ ਨਾਮ ਜਿਹੜਾ ਹੈਗਾ ਉਹ ਦੇਣਾ। ਉਹ ਸਾਡਾ ਇੱਕ ਦੋਸਤ ਹੱਸਦਾ ਸੀਗਾ, ਕਹਿੰਦਾ ਜਦੋਂ ਇਹ ਗੱਲ ਪਾਈ ਮੈਨੂੰ ਉਦੋਂ ਹੀ ਹਾਸਾ ਆਇਆ ਵੀ ਇਹਨਾਂ ਕੋਲ ਤਾਂ ਕਿਰਾਇਆ ਭਾੜਾ ਨਹੀਂ ਹੁੰਦਾ ਗਾ ਕਈ ਵਾਰੀ, ਤੇ ਇਹਨਾਂ ਨੇ ਕਿਸੇ ਨੂੰ ਕੀ ਨਾਮ ਦੇਣੇ ਹੈਗੇ ਆ। ਤਾਂ ਇਸ ਤਰ੍ਹਾਂ ਦੀਆਂ ਲਗਾਤਾਰ ਜਿਹੜੀਆਂ ਨੇ ਉਹ ਗੁੰਮਰਾਹਕੁਨ ਚੀਜ਼ਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ। ਉਹਨਾਂ ਦਾ ਉਦੇਸ਼ ਕੀ ਆ ਤੁਸੀਂ ਇਹ ਸਮਝੋ, ਉਹਨਾਂ ਦਾ ਉਦੇਸ਼ ਉਹੀ ਆ ਕਿ ਕਿਸੇ ਤਰੀਕੇ ਨਾਲ, ਕਿਉਂਕਿ ਹੁਣ ਤੱਕ ਜਿੰਨੀ ਉਹਨਾਂ ਨੇ ਇਸ ਮੂਵਮੈਂਟ ਬਾਰੇ ਗੱਲਾਂ ਬਣਾਈਆਂ ਸਾਰੀਆਂ ਝੂਠੀਆਂ ਸਾਬਤ ਹੋਈਆਂ, ਵੀ ਕਿਸੇ ਤਰੀਕੇ ਨਾਲ ਲੋਕਾਂ 'ਚ ਜਿਹੜੀ ਕਨਫਿਊਜ਼ਨ ਹੈਗੀ ਉਹ ਕ੍ਰੀਏਟ ਕੀਤੀ ਜਾ ਸਕੇ। ਪਰ ਜਦੋਂ ਇਹੋ ਜੀ ਗੱਲ ਦੇਖਦੇ ਹੋ ਤੁਸੀਂ, ਝਟਕਾ ਨਹੀਂ ਲੱਗਦਾ ਵੀ ਯਾਰ ਇੱਕ ਪਾਸੇ ਲੋਕਾਂ ਦੀ ਲੜਾਈ 'ਚੋਂ ਠੀਕ ਹੈ ਉਹਨਾਂ ਦੀ ਗੱਲ ਹੋ ਰਹੀ ਹੈ ਤੇ ਟਾਰਗੇਟ, ਕਿਉਂਕਿ ਪਰਿਵਾਰ ਨੂੰ ਟਾਰਗੇਟ ਕੀਤਾ ਜਾਵੇ ਜਦੋਂ, ਉਦੋਂ ਝਟਕਾ ਨਹੀਂ ਕੋਈ ਲੱਗਦਾ ਨਹੀਂ ਵੀ ਯਾਰ ਵਾਕਈ ਬਹੁਤ ਔਖਾ ਗਾ ਇਹ ਸਾਰੇ 'ਚ ਸਰਵਾਈਵ? ਦੇਖੋ ਨਵਰੀਤ, ਗੱਲ ਇਹ ਹੈਗੀ ਆ ਕਿ ਤੁਸੀਂ ਜ਼ਿੰਦਗੀ 'ਚ ਸਭ ਤੋਂ ਔਖਾ ਹੁੰਦਾ ਇਹ ਤੈਅ ਕਰਨਾ ਕਿ ਜ਼ਿੰਦਗੀ 'ਚ ਕੀ ਕਰਨਾ। ਜ਼ਿੰਦਗੀ ਦਾ ਸਭ ਤੋਂ ਔਖਾ ਸਵਾਲ ਜ਼ਿੰਦਗੀ ਦੀ ਪ੍ਰਾਇਓਰਟੀ ਤੈਅ ਕਰਨਾ ਹੁੰਦਾ ਕਿ ਤੁਸੀਂ ਜ਼ਿੰਦਗੀ 'ਚ ਕੀ ਕਰਨਾ। ਅਸੀਂ ਇਹ ਤੈਅ ਕੀਤਾ ਕਿ ਜ਼ਿੰਦਗੀ 'ਚ ਕੀ ਕਰਨਾ, ਔਰ ਜਦੋਂ ਤੁਸੀਂ ਤੈਅ ਕਰ ਲੈਂਦੇ ਹੋ ਕਿ ਤੁਸੀਂ ਜ਼ਿੰਦਗੀ 'ਚ ਕੀ ਕਰਨਾ, ਫਿਰ ਉਹਦੇ ਸਾਰੇ ਪਾਸੇ ਸਾਰੇ ਪੱਖ ਤੁਹਾਡੇ ਧਿਆਨ 'ਚ ਹੁੰਦੇ ਆ ਕਿ ਇਹਦੇ 'ਚ ਕੀ ਕੀ ਖਤਰੇ ਦਰਪੇਸ਼ ਆ, ਇਹਦੀਆਂ ਕੀ ਕੀ ਪ੍ਰਾਪਤੀਆਂ ਹੋਣਗੀਆਂ, ਕੀ ਕੀ ਤੁਸੀਂ ਕਰ ਸਕਦੇ ਹੋ, ਕੀ ਫੇਸ ਕਰਨਾ ਪਊਗਾ। ਇਸ ਗੱਲ 'ਤੇ ਮੈਂ ਕਹਿੰਦਾ ਇੱਕ ਕਿਣਕਾ ਭਰ ਵੀ ਦੁਬਿਧਾ 'ਚ ਨਹੀਂ ਹੈਗੇ ਅਸੀਂ। ਇਹ ਕੋਈ ਪਹਿਲੀ ਵਾਰੀ ਨਹੀਂ ਹੋ ਰਿਹਾ ਗਾ। ਹੁਣ ਜਿਵੇਂ ਕਿਸੇ ਨੇ ਵੀ ਪਰਚੇ ਹੋ ਗਏ, ਨਾ ਤਾਂ ਪਹਿਲੀ ਵਾਰੀ ਜੇਲ੍ਹ ਜਾਣਾ, ਨਾ ਪਹਿਲੀ ਵਾਰੀ ਪੁਲਿਸ ਦੀ ਕੁੱਟ ਖਾਣੀ ਹੈਗੀ ਆ। ਤਾਂ ਇਹ ਸਾਰਾ ਕੁਝ ਤਾਂ ਸਟਰਗਲ ਕਰਨ ਦੀ ਜਿਹੜੀ ਜ਼ਿੰਦਗੀ ਹੈਗੀ ਆ ਉਹਦੇ 'ਚ ਉਹਦਾ ਇੱਕ ਪਾਰਟ ਆ। ਦੂਸਰੀ ਗੱਲ ਕਿ ਤੁਸੀਂ ਸਾਰੇ ਲੋਕਾਂ ਨੂੰ ਕਦੇ ਖੁਸ਼ ਨਹੀਂ ਕਰ ਸਕਦੇਗੇ। ਜਦੋਂ ਆਪਾਂ ਕਹਿੰਦੇ ਕਿ ਸਮਾਜ ਦੇ ਵਿੱਚ ਦੋ ਜਮਾਤਾਂ ਨੇ, ਇੱਕ ਮਲਕ ਭਾਗੋ ਦੀ, ਇੱਕ ਭਾਈ ਲਾਲੋਆਂ ਦੀ, ਤੁਸੀਂ ਭਾਈ ਲਾਲੋਆਂ ਦੀ ਲੜਾਈ ਲੜ ਰਹੇ ਹੈਗੇ ਆ, ਠੀਕ ਹੈ। ਹੁਣ ਤੁਸੀਂ ਇਹ ਕਹੋ ਵੀ ਇਸੇ ਸਮੇਂ ਤੁਸੀਂ ਮੋਦੀ ਨੂੰ ਵੀ ਖੁਸ਼ ਕਰ ਦਿਓ, ਅਮਿਤ ਸ਼ਾਹ ਨੂੰ ਵੀ ਖੁਸ਼ ਕਰ ਦਿਓ, ਕੈਪਟਨ ਅਮਰਿੰਦਰ ਨੂੰ ਵੀ ਖੁਸ਼ ਕਰ ਦਿਓ। ਇਹ ਸੰਭਵ ਨਹੀਂ ਹੋਣਾਗਾ। ਨਾ ਉਹਨਾਂ ਨੇ ਖੁਸ਼ ਹੋਣਾ, ਨਾ ਉਹਨਾਂ ਦੇ ਜਿਹੜੇ ਫੋਲੋਵਰ ਨੇ ਉਹਨਾਂ ਨੇ ਖੁਸ਼ ਹੋਣਾ। ਸਾਡਾ ਕੰਸਰਨ ਜਿਹੜੀ ਉਹ ਕਿਸਾਨੀ ਆ ਜਿਹੜੀ ਪਹਿਲਾਂ ਕਰਜ਼ੇ 'ਚ ਆ, ਜਿਹੜੀ ਪਲ ਪਲ ਮਲ ਰਹੀ ਆ, ਅਤੇ ਉੱਪਰੋਂ ਇਹ ਤੀਰੇ ਕਤਲਕਾਂਡ ਦੀ ਸਾਜ਼ਿਸ਼ ਬਣਾ ਕੇ 3 ਕਾਨੂੰਨ ਲੈ ਆਂਦੇ ਹੈਗੇ ਆ। ਹਾਂ, ਜੇ ਸਾਡੇ 'ਚ ਉਹ ਕਿਸਾਨ ਕਹਿਣਗੇ ਵੀ ਹਾਂ ਤੁਸੀਂ ਸਾਡੀ ਲੜਾਈ ਨੂੰ ਇੱਥੇ ਜਿਹੜਾ ਹੈਗਾ ਗਲਤ ਕੀਤਾ, ਦੈਨ ਸਾਡੇ ਸੋਚਣ ਵਾਲਾ ਸਵਾਲ ਜ਼ਰੂਰ ਹੋਊਗਾ। ਇਹਨਾਂ ਗੱਲਾਂ ਦੀ ਅਸੀਂ ਜਿਹੜੀ ਹੈਗੀ ਆ ਉਹ ਪਰਵਾਹ ਨਹੀਂ ਕਰਦੇਗੇ। ਇਹ ਸਟਰਗਲ ਕਰਦੇ ਆ ਜਿਹੜੀਆਂ ਨੇ ਇਹਦਾ ਹਿੱਸਾ ਨੇ ਚੀਜ਼ਾਂ। ਤੇ ਪਰ ਜਿਹੜਾ ਸਟਰਗਲ ਆ ਇਸ ਸਮੇਂ ਕਿਸਾਨੀ ਅੰਦੋਲਨ ਦਾ ਲੰਬਾ ਹੋ ਗਿਆ, ਲੋਕਾਂ ਦੇ ਮਨ 'ਚ ਇਹ ਵੀ ਹੈ ਯਾਰ ਵੀ ਹੱਲ ਕਦੋਂ ਹੋਊਗਾ, ਹਨਾ, ਕੀ ਨਿਕਲੂਗਾ। ਠੀਕ ਹੈ, ਜਿਹੜੇ ਲੋਕ ਅੰਦੋਲਨਾਂ 'ਚ ਪਹਿਲਾਂ ਆਏ ਆ ਜਿਨ੍ਹਾਂ ਨੇ ਸਟਰਗਲ ਕੀਤਾ ਉਹ ਸਾਰੀ ਚੀਜ਼ ਜਾਣਦੇ ਹੁੰਦੇ ਆ ਯਾਰ ਵੀ ਇਹ ਲੰਬਾ ਵੀ ਜਾ ਸਕਦਾ, ਇਹਨੂੰ ਐਂ ਵੀ ਟਾਈਮ ਲੱਗਦਾ, ਸਰਕਾਰਾਂ ਕੁਝ ਵੀ ਕਰਦੀਆਂ। ਪਰ ਉਹ ਲੋਕ ਜਿਨ੍ਹਾਂ ਨੇ, ਕਿਉਂਕਿ ਬਹੁਤ ਲੋਕ ਇਹੋ ਜਿਹੇ ਸੀਗੇ ਜਿਹੜੇ ਪਹਿਲੀ ਵਾਰ ਘਰੋਂ ਉੱਠ ਕੇ ਕਿਸੇ ਸਟਰਗਲ 'ਚ ਆਏ ਆ, ਤਾਂ ਸਵਾਲ ਉੱਠਣੇ ਸੁਭਾਵਿਕ ਆ ਉਹਨਾਂ ਦੇ ਮਨ 'ਚ ਕਿ ਯਾਰ ਇਹ ਇੰਨਾ ਲੰਬਾ ਜਾ ਰਿਹਾ, ਕਦੋਂ ਕੁ ਤੱਕ ਜਾ ਸਕਦਾ, ਕੀ ਕੋਈ ਹੱਲ ਹੋਊ। ਦੇਖੋ ਆਪਣੀ ਇੱਕ ਕਹਾਵਤ ਆ, ਸਹਿਜ ਪੱਕੇ ਸੋ ਮਿੱਠਾ ਹੋਏ। ਇੱਕ ਪਿੰਡ 'ਚ ਕਹਿੰਦੇ ਨਾ ਕੋਈ ਬੰਦਾ ਆ ਗਿਆ, ਉਹ ਕਹਿੰਦਾ ਵੀ ਮੈਨੂੰ ਬਾਂਦਰ ਚਾਹੀਦੇ ਆ ਤੇ ਮੈਂ 1000 ਰੁਪਈਆ ਦੇਵਾਂਗਾ ਬਾਂਦਰਾਂ ਦਾ। ਕੁਛ ਲੋਕਾਂ ਨੇ ਇੱਧਰੋਂ ਉੱਧਰੋਂ ਲੱਭ ਕੇ 2-3 ਬਾਂਦਰ ਦੇ ਤੇ, ਚਲੋ 1000 ਰੁਪਈਆ ਉਹਨਾਂ ਨੇ ਬਣਾ ਲਿਆ। ਪਿੰਡ 'ਚ ਚਰਚਾ ਚੱਲੀ ਵੀ ਕੋਈ ਬੰਦਾ ਆਇਆ ਸੀ, ਉਹਨੂੰ ਬਾਂਦਰ ਚਾਹੀਦੇ ਸੀਗੇ, ਵੀ ਉਹ 1000 ਰੁਪਈਆ ਉਹਨੂੰ ਦਿੱਤਾ। ਕੁਛ ਦਿਨਾਂ ਬਾਅਦ ਫਿਰ ਉਹੀ ਬੰਦਾ ਆਇਆ, ਉਹਨੇ ਕਿਹਾ ਮੈਨੂੰ ਬਾਂਦਰ ਚਾਹੀਦੇ ਤੇ ਮੈਂ 5000 ਰੁਪਈਆ ਦੇਵਾਂਗਾ। ਪਿੰਡ 'ਚ ਤਾਂ ਚਰਚਾ ਚੱਲ ਪਈ 5000 ਦਾ ਬਾਂਦਰ ਆ। ਪਿੰਡ ਦੇ ਵੱਡੀ ਗਿਣਤੀ 'ਚ ਲੋਕ ਇੱਧਰੋਂ ਉੱਧਰੋਂ ਬਾਂਦਰ ਲੱਭਣ ਲੱਗ ਗਏ, ਜਿਨ੍ਹਾਂ ਨੇ ਲੱਭੇ 5-5000 ਰੁਪਈਆ ਵੱਟ ਲਿਆ। ਕੁਛ ਕੁ ਦਿਨਾਂ ਬਾਅਦ ਫਿਰ ਜਦੋਂ ਆਇਆ ਕਿ ਬਾਂਦਰ ਦਾ 10000 ਰੇਟ ਲਾ ਗਏ, ਤੇ ਕੋਈ ਕਹੇ ਵੀ ਆਪਾਂ ਚੱਲ ਕੋਈ ਕਨਾਲ ਜ਼ਮੀਨ ਵੇਚ ਦਿੰਦੇ ਆ, ਕੋਈ 4 ਕਨਾਲ ਜ਼ਮੀਨ ਵੇਚ ਦਿੰਦੇ ਆ, ਵੀ 10-10000 ਦਾ ਬਾਂਦਰ ਆ ਖਰੀਦ ਕੇ ਲਿਆਉਣੇ ਆ ਤੇ ਮੋਟਾ ਪੈਸਾ ਵੱਟਦੇ। ਇੱਕ ਬਾਂਦਰ ਦਾ ਕਾਰੋਬਾਰ ਹੀ ਬਹੁਤ ਵਧੀਆ, ਰਾਤੋਂ ਰਾਤ ਜਿਹੜੇ ਹੈਗੇ ਆ ਪੈਸੇ ਕਮਾਉਣ ਵਾਲਾ, ਰਾਤੋਂ ਰਾਤ ਜਿਹੜਾ ਅਮੀਰ ਹੋ ਸਕਦੇ ਆ। ਉਹ ਪਿੰਡ 'ਚ 1-2 ਬੰਦੇ ਕਿਰਤੀ ਸੀਗੇ, ਜੋ ਉਹਨਾਂ ਨੂੰ ਪਤਾ ਲੱਗਾ, ਉਹਨਾਂ ਨੂੰ ਕਿਸੇ ਨੇ ਕਿਹਾ, ਉਹ ਕਹਿੰਦੇ ਤੁਸੀਂ ਕਿਉਂ ਮਿੱਟੀ 'ਚ ਮਿੱਟੀ ਹੁੰਦੀ ਰਹਿੰਦੇ, ਆਹ ਕੰਮ ਦੇਖੋ ਨਵਾਂ ਕੰਮ ਆਇਆ, ਰਾਤੋਂ ਰਾਤ ਅਮੀਰ ਹੋ ਜਾਣਾ, ਆ ਜਿਹੜੀਆਂ 2 ਕਿੱਲੀਆਂ ਨੇ ਵੇਚ ਕੇ ਤੇ ਤੁਸੀਂ ਵੀ ਇਸ ਪਾਸੇ ਲੱਗ ਜਾਓ। ਉਹ ਕਹਿੰਦੇ ਨਹੀਂ, ਅਸੀਂ ਕਿਰਤ ਕਰਕੇ ਕਮਾਉਣ ਵਾਲੇ ਬੰਦੇ ਆ। ਜਿਹੜੀ ਚੀਜ਼ ਜਿੱਦਾਂ ਰਾਤੋਂ ਰਾਤ ਦੇ ਦਾ ਸੁਪਨੇ ਖੜੇ ਕੀਤੇ ਜਾਂਦੇ ਆ ਨਾ, ਇਹ ਨਹੀਂ ਹੁੰਦਾ ਗਾ, ਇਹ ਸੰਭਵ ਨਹੀਂ ਹੈਗਾ ਗਾ। ਜਾਂ ਤਾਂ ਉਹ ਪੈਸਾ ਕਮਾਈ ਕਿਰਤ ਦਾ ਨਹੀਂ ਹੋਊਗਾ, ਉਹ ਲੁੱਟ ਕੇ ਹੋਊਗਾ, ਠੀਕ ਹੈ, ਜਾਂ ਇਹਦੇ 'ਚ ਧੋਖਾ। ਅਸੀਂ ਇਸ ਚੱਕਰ 'ਚ ਨਹੀਂ ਪੈਣਾ, ਆਪਣੀ ਕਿਰਤ ਕਮਾਈ ਕਰਦੇ ਰਹੇ। ਪਰ ਬਹੁਤ ਸਾਰੇ ਬੰਦੇ ਜਿਹਨਾਂ ਨੂੰ ਲੱਗਾ ਵੀ ਇਹ ਕਰ ਲਈਏ, 10000 ਦਾ ਬਾਂਦਰ ਹੋ ਗਿਆ,
ਥੋੜੇ ਦਿਨਾਂ ਬਾਅਦ ਹੀ ਕੋਈ ਪਿੰਡ 'ਚ ਬੰਦਾ ਬਾਂਦਰ ਵੇਚਣ ਆ ਗਿਆ, ਕਹਿੰਦਾ ਵੀ 5000 ਦਾ ਬਾਂਦਰ ਜਿਹਨੂੰ ਚਾਹੀਦਾ ਲੈ ਲਓ। ਬਹੁਤ ਸਾਰੇ ਲੋਕਾਂ ਨੂੰ ਲੱਗਾ ਵੀ ਲੈ 10000 ਦਾ ਵਿਕਣਾ। ਕਿਸੇ ਨੇ 2 ਕਨਾਲਾਂ ਜ਼ਮੀਨ ਵੇਚੀ ਸੀ, ਕਿਸੇ ਨੇ ਪਲਾਟ ਵਿੱਚ ਪੈਸੇ ਦੇ ਦੇ ਕੇ ਕਿਸੇ ਨੇ 20 ਬਾਂਦਰ ਘਰੇ ਬੰਨ੍ਹ ਲਏ, ਕਿਸੇ ਨੇ 50 ਬਾਂਦਰ ਬੰਨ੍ਹ ਲਏ, ਕਿਸੇ ਨੇ 70 ਬਾਂਦਰ ਘਰੇ ਬੰਨ੍ਹ ਲਏ। ਪਰ ਥੋੜ੍ਹੇ ਉਹ ਉਡੀਕਦੇ ਰਹੇ ਵੀ 10000 ਵਾਲਾ ਬੰਦਾ ਅੱਜ ਆਊਗਾ, ਭਲਕ ਆਊਗਾ, ਪਰਸੋਂ ਆਊਗਾ, ਪਰ 10000 ਦਾ ਬਾਂਦਰ ਖਰੀਦਣ ਵਾਲਾ ਬੰਦਾ ਆਇਆ ਨਹੀਂ ਤੇ ਪਿੰਡ ਨੇ ਬਾਂਦਰ ਹੀ ਬਾਂਦਰ ਬੰਨ੍ਹ ਕੇ ਰੱਖ ਲਏ। ਇਸ ਕਰਕੇ ਕੁਛ ਚੀਜ਼ਾਂ ਨੇ ਸਮਾਂ ਲੱਗ ਕੇ ਹੋਣਾ ਹੁੰਦਾ। ਜਦੋਂ ਐਂ ਕਾਹਲੀ ਕਰਦੇ ਆ ਤੇ ਕਈ ਵਾਰੀ ਘਰੇ ਬਾਂਦਰ ਹੀ ਬਾਂਦਰ ਬੰਨ੍ਹ ਕੇ ਰੱਖ ਲੈਂਦੇ ਹੈਗੇ ਆ। ਇਹ ਕਾਹਲੀ ਵਾਲਾ ਕੰਮ ਹੀ ਨਹੀਂਗਾ। ਅਸੀਂ ਜਦੋਂ ਕਹਿੰਦੇ ਇਤਿਹਾਸਕ ਲਹਿਰ ਆ, ਇੱਕ ਇਤਿਹਾਸ ਸਿਰਜਿਆ ਜਾ ਰਿਹਾ, ਇਹ ਰਾਤੋਂ ਰਾਤ ਸਿਰਜਿਆ ਜਾਊਗਾ। ਇਹਦੇ 'ਚ ਬੜੇ ਉਤਰਾਅ ਚੜ੍ਹਾਅ ਆਉਣੇ ਆ, ਬੜੇ 'ਚ ਉਤਰਾਅ ਚੜ੍ਹਾਅ ਆਉਣੇ ਆ ਹਜੇ ਵੀ, ਕਿਉਂਕਿ 26 ਨੂੰ ਜਿੱਥੇ ਮੂਵਮੈਂਟ ਪਹੁੰਚੀ ਉਹਦਾ ਕੀ 26 ਨੂੰ ਕੀ ਹੋਇਆ ਸਾਰਿਆਂ ਨੂੰ ਪਤਾ। ਮੂਵਮੈਂਟ ਤਾਂ ਫਿਰ ਉੱਪਰ ਜਾ ਰਹੀ ਹੈਗੀ ਆ, ਉਸ ਤਰ੍ਹਾਂ ਦੀਆਂ ਤਾਕਤਾਂ ਤਾਂ ਫਿਰ ਉਹ ਕੁਝ ਕਰ ਸਕਦੀਆਂ ਨੇ। ਤੋ ਇਹ ਹਜੇ ਕੱਲਾ ਜਿੰਨੇ ਵੀ ਲੋਕ ਇਹਦੇ 'ਚ ਸ਼ਮੂਲੀਅਤ ਕਰ ਰਹੇ ਹੈਗੇ ਆ, ਉਹਨਾਂ ਨੂੰ ਹੁਣ ਤਾਂ ਬਹੁਤ ਚੇਤਨ ਹੋਣ ਦੀ ਜ਼ਰੂਰਤ ਆ, ਕਿਉਂਕਿ ਉਹਨਾਂ ਦੀ ਲੜਾਈ ਕਿਸੇ ਤਹਿਸੀਲਦਾਰ ਨਾਲ, ਕਿਸੇ ਥਾਣੇਦਾਰ ਨਾਲ ਜਾਂ ਕਿਸੇ ਬਿਜਲੀ ਮਹਿਕਮੇ ਦੇ ਨਾਲ ਨਹੀਂ ਹੈਗੀ। ਉਹਨਾਂ ਦੀ ਲੜਾਈ ਇੱਕ ਤਾਨਾਸ਼ਾਹ ਸਰਕਾਰ ਦੇ ਨਾਲ ਆ, ਇੱਕ ਫਾਸ਼ੀਵਾਦੀ ਸਰਕਾਰ ਦੇ ਨਾਲ ਆ, ਜਿਨੇ 7 ਸਾਲ 'ਚ ਅੱਜ ਤੱਕ ਜਿੰਨੀਆਂ ਵੀ ਚੁਣੌਤੀਆਂ ਉਹਦੇ ਸਾਹਮਣੇ ਆਈਆਂ ਉਹਨੇ ਕੁਚਲ ਕੇ ਰੱਖਤੀਆਂ। ਇਹ ਬਹੁਤ ਵੱਡੀ ਚੁਣੌਤੀ ਆ। ਇਸ ਕਰਕੇ ਇਹਦੇ ਨਾਲ ਸਾਨੂੰ ਠਰੰਮੇ ਨਾਲ ਲੜਨ ਦੀ ਜ਼ਰੂਰਤ ਹੈਗੀ ਆ, ਔਰ ਇਹ ਲੜਾਈ ਲੰਬੀ ਜਿਹੜੀ ਹੈਗੀ ਚੱਲਣੀ ਆ। ਸਹਿਜ ਪੱਕੇ ਸੋ ਮਿੱਠਾ ਹੋਏ, ਸਹਿਜ ਤਾਂ ਸਾਨੂੰ ਜਿਹੜਾ ਹੈਗਾ ਉਹ ਰੱਖਣਾ ਪਊਗਾ। ਸੋ ਇਹ ਸੰਘਰਸ਼ ਆ ਜਿਹੜਾ ਇਹ ਲੰਬਾ ਗਾ, ਰਾਹ ਜਿਹੜੀ ਆ ਔਖੀ ਜ਼ਰੂਰ ਆ ਪਰ ਅਸੰਭਵ ਕੁਛ ਨਹੀਂ। ਏਕਾ ਲੋਕਾਂ ਦਾ ਬਣਿਆ ਰਹੇ, ਲੋਕ ਇਹ ਮੁੱਦੇ ਤੇ ਸਪਸ਼ਟ ਰਹਿਣ ਕਿ ਅਸੀਂ ਇੱਥੇ ਕਰਨ ਕੀ ਆਏ ਆ। ਅਸੀਂ ਆਪਦੀਆਂ ਫਸਲਾਂ, ਆਪਦੇ ਖੇਤ ਬਚਾਉਣੇ ਆ, ਅਸੀਂ ਆਪਦੀ ਮਿੱਟੀ ਬਚਾਉਣੀ ਆ। ਇਹ ਲੜਾਈ ਆ, ਇਹ ਬੰਦੇ ਦਾ ਮਸ਼ੀਨ ਬਣਨ ਤੋਂ ਕੀਤਾ ਗਿਆ ਇਨਕਾਰ ਹੈ, ਜਿਹਦੇ ਵਿੱਚ ਹੁਣ ਅਸੀਂ ਆਪਦੀ ਜ਼ਿੰਮੇਵਾਰੀ ਸਮਝ ਕੇ ਅੱਗੇ ਵਧਣਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ।